ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨ ਅਰ ਭਰਨ ਜਾਤ ਅਰ ਪਾਤ ਨਹਨ ਜਿਹੇ ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰੇ ਭਵਨ ਮਹੇਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ ਮਿਲੈ ਦਾਨ ਸੰਤਰੇਨ ਜਿਹੇ ਲਗ ਭਵਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਮਦੀ ਨੂਰ ਅਰ ਸਹ ਕੁਰ ਸਹ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਭਾਗੈ। ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਭਾਗੈ। ਰਾਮ ਨਾਮ ਜੋ ਜਨ ਜਪੈ, ਅਨ ਦਿਨ ਸਦ ਜਾਗੈ। ਤੰਤ ਮੰਤ ਨਹਿ ਜੋ ਹਈ, ਤਿਤ ਚਾਖ ਨ ਲਾਗੈ। ਰਹਾਉ ਕਾਮ ਕ੍ਰੋਧ ਮਦ ਮਾਨ ਮੋਹ, ਬਿਨ ਸੇ ਅਨਰਾਗੈ। ਆਨੰਦ ਮਗਨ ਰਸ ਰਾਮ ਰੰਗ, ਨਾਨਕ ਸਰਨਾਗੈ। ਕਾਮ ਕ੍ਰੋਧ ਮਦ ਮਾਨ ਮੋਹ, ਬਿਨ ਸੇ ਅਨਰਾਗੈ। ਆਨੰਦ ਮਗਨ ਰਸ ਰਾਮ ਰੰਗ, ਨਾਨਕ ਸਰਨਾਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਕ ਪਵਿੱਤਰ ਚਰਣਾ ਕਮਲਾਂ 'ਚ ਸਾਹਿਬ ਨੌਵੇਂ ਗੁਰਦੇਵ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਜੁੜ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਕਰ ਰਹੇ। ਮਾਨਸ ਜਨਮ ਅਮੁੱਲ ਹੈ, ਹੋਏ ਅਮੁੱਲ ਸਾਧ ਸੰਗ ਪਾਏ। ਅੱਖੀਂ ਦੋਇ ਨਿਰਮੋਲ ਕਾ, ਸਤਿਗੁਰ ਦਰਸ ਧਿਆਨ ਲਿਵ ਲਾਹੇ। ਜਿਹਬਾ ਸ਼ਰਵਣ ਅਮੁੱਲ ਹੈ, ਸ਼ਬਦ ਸੁਰਤ ਸੁਣ ਸਮਝ ਸੁਣਾਏ। ਹਸਤ ਚਰਨ ਨਿਰਮੋਲ ਕਾ, ਗੁਰਮੁਖ ਮਾਰਗ ਸੇਵ ਕਮਾਏ। ਗੁਰਮੁਖ ਹਿਰਦਾ ਅਮੁੱਲ ਹੈ, ਅੰਦਰ ਗੁਰ ਉਪਦੇਸ਼ ਵਸਾਏ। ਪਤ ਪਰਵਾਣੈ ਤੋਲ ਤੁਲਾਏ, ਪਤ ਪਰਵਾਣੈ ਤੋਲ ਤੁਲਾਏ। ਮਨੁੱਖੀ ਜਨਮ ਕੀਮਤੀ ਹੈ, ਅਮੋਲਕ ਹੈ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹੈ ਕਿ ਹੋਰ ਅਮੁੱਲਕ ਹੋਰ ਕੀਮਤੀ ਹੋ ਜਾਂਦਾ ਹੈ ਜਦੋਂ ਇਹਨੂੰ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਜਾਣ। ਅੱਖਾਂ ਕੀਮਤੀ ਨੇ, ਇਹ ਹੋਰ ਕੀਮਤੀ ਹੋ ਜਾਂਦੀਆਂ ਨੇ, ਹੋਰ ਦੁਰਲਭ ਤੇ ਅਮੋਲਕ ਹੋ ਜਾਂਦੀਆਂ ਨੇ ਜਦੋਂ ਇਹਨਾਂ ਅੱਖਾਂ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਦੇ ਹਨ। ਇਹ ਜ਼ੁਬਾਨ ਵੀ ਅਮੋਲਕ ਹੈ, ਕੰਨ ਵੀ ਅਮੋਲਕ ਹਨ, ਪਰ ਇਹ ਹੋਰ ਕੀਮਤੀ ਤੇ ਅਮੋਲਕ ਹੋ ਜਾਂਦੇ ਹਨ ਜਦੋਂ ਇਸ ਜ਼ੁਬਾਨ ਨਾਲ ਸਤਿਗੁਰਾਂ ਦਾ ਸ਼ਬਦ ਪੜ੍ਹੀਦਾ ਹੈ ਔਰ ਕੰਨਾਂ ਨਾਲ ਗੁਰੂ ਕੀ ਸ਼ਬਦ ਦੀ ਬਾਣੀ ਸੁਣੀਦੀ ਹੈ।
ਇਹ ਹੱਥ ਵੀ ਅਮੋਲਕ ਨੇ, ਪੈਰ ਵੀ ਅਮੋਲਕ ਨੇ, ਪਰ ਇਹ ਹੋਰ ਦੁਰਲਭ ਤੇ ਅਮੋਲਕ ਹੋ ਜਾਂਦੇ ਹਨ ਜਦੋਂ ਇਹਨਾਂ ਹੱਥਾਂ ਨਾਲ ਸਤਿਗੁਰਾਂ ਦੀ ਸੇਵਾ ਕਰੀਏ ਤੇ ਪੈਰਾਂ ਨਾਲ ਚੱਲ ਕੇ ਸਤਿਗੁਰਾਂ ਦੇ ਸਥਾਨਾਂ ਦੀ ਯਾਤਰਾ ਕਰੀਏ। ਗੁਰਮੁਖ ਦਾ ਹਿਰਦਾ ਵੀ ਅਮੋਲਕ ਹੈ, ਕੀਮਤੀ ਹੈ, ਪਰ ਇਹ ਹੋਰ ਕੀਮਤੀ ਤੇ ਅਮੋਲਕ ਹੋ ਜਾਂਦਾ ਜਦੋਂ ਇਹਦੇ ਹਿਰਦੇ ਵਿੱਚ ਗੁਰੂ ਕਾ ਸ਼ਬਦ ਵਸਦਾ, ਗੁਰੂ ਕਾ ਉਪਦੇਸ਼ ਵਸਦਾ ਹੈ। ਵੱਡੇ ਭਾਗ ਹਨ ਕਿ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਦੀ ਮੁੱਖ ਵਾਕ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰੀਏ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਸੁਰਤੀਆਂ ਬਿਰਤੀਆਂ ਜੋੜਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 817 ਅੰਗ ਤੇ ਪ੍ਰਾਰੰਭ ਹੋ ਰਿਹਾ ਹੈ। ਸੰਤ ਜਨਾਂ ਦੇ ਸਮਾਗਮ ਵਿੱਚ ਮਿਲ ਕੇ ਸਾਧ ਕਿਸ ਨੂੰ ਕਹਿੰਦੇ ਐ? ਜਿਹੜਾ ਸਾਧਨਾ ਕਰਦਿਆਂ ਕਰਦਿਆਂ ਸਾਧਨਾ ਸੰਪੰਨ ਹੋ ਜਾਏ ਉਹਨੂੰ ਕਹਿੰਦੇ ਆ ਸਾਧ। ਮਨ ਦੀ ਸਾਧਨਾ ਤੋਂ ਪਹਿਲਾਂ ਤਨ ਦੀ ਸਾਧਨਾ ਹੁੰਦੀ ਹੈ। ਆਪਾਂ ਕਹਿ ਦਿੰਦੇ ਆ ਜੀ ਮਨ ਦੀ ਸਾਧਨਾ ਹੋਣੀ ਚਾਹੀਦੀ ਹੈ, ਸਰੀਰ ਦੀ ਕੋਈ ਲੋੜ ਨਹੀਂ। ਇੱਕ ਗੱਲ ਚੇਤੇ ਰੱਖਿਓ, ਤਨ ਦੀ ਸਾਧਨਾ ਤੋਂ ਹੀ ਮਨ ਦੀ ਸਾਧਨਾ ਵੱਲ ਜਾਇਆ ਜਾਂਦਾ। ਬਿਨਾਂ ਤਨ ਦੀ ਸਾਧਨਾ ਤੋਂ ਮਨ ਦੀ ਸਾਧਨਾ ਨਹੀਂ ਹੋ ਸਕਦੀ। ਤਨ ਦੀ ਸਾਧਨਾ ਗੁਰਮੁਖ ਕਰਦੇ ਹਨ। ਖਾਣ ਪੀਣ ਦਾ ਸੰਜਮ ਰੱਖਣਾ ਇਹ ਤਨ ਦੀ ਸਾਧਨਾ ਹੈ ਨਾ। ਵਿਵੇਕ ਰੱਖਣਾ, ਖਾਣ ਪੀਣ ਦਾ ਸੰਜਮ ਰੱਖਣਾ, ਵੇਖਣ ਦਾ, ਸੁਣਨ ਦਾ, ਬੋਲਣ ਦਾ, ਕਿ ਕੀ ਬੋਲਣਾ ਕੀ ਨਹੀਂ ਬੋਲਣਾ, ਵੇਖਣ ਦਾ ਸੰਜਮ, ਕੀ ਵੇਖਣਾ ਕੀ ਨਹੀਂ ਵੇਖਣਾ, ਸੁਣਨ ਦਾ ਸੰਜਮ, ਕੀ ਸੁਣਨਾ ਕੀ ਨਹੀਂ ਸੁਣਨਾ, ਇਹ ਤਨ ਦੀ ਸਾਧਨਾ ਹੈ ਨਾ। ਪਹਿਲਾਂ ਸਰੀਰ ਨੂੰ ਹੀ ਸਾਧਿਆ ਜਾਂਦਾ। ਅੰਮ੍ਰਿਤ ਵੇਲੇ ਉੱਠਣਾ ਸਰੀਰ ਕਰਕੇ ਉੱਠਦੇ ਆ, ਇਸ਼ਨਾਨ ਪਾਨ ਕੀਤਾ ਤਨ ਕਰਕੇ ਕੀਤਾ, ਚੌਂਕੜਾ ਮਾਰ ਕੇ ਬੈਠੇ ਕੁਝ ਸਮੇਂ ਲਈ ਪਹਿਲਾਂ ਤਨ ਕਰਕੇ ਬੈਠਣਾ ਸ਼ੁਰੂ ਕੀਤਾ ਨਾ। ਇਹ ਤਾਂ ਨਹੀਂ ਵੀ ਅੱਜ ਅਸੀਂ ਚੌਂਕੜਾ ਮਾਰ ਕੇ ਬੈਠੇ ਆ ਤੇ ਅੱਜ ਹੀ ਸਾਡਾ ਮਨ ਲੱਗ ਗਿਆ। ਮਨ ਲੱਗਣ ਵਾਸਤੇ ਤਾਂ ਪਹਿਲਾਂ ਤਨ ਲਾਉਣਾ ਪੈਣਾ ਨਾ। ਤਨ ਲੱਗੇਗਾ ਸਹਿਜੇ ਸਹਿਜੇ ਮਨ ਵੀ ਲੱਗਣਾ ਸ਼ੁਰੂ ਹੋ ਜਾਏਗਾ। 5-10 ਮਿੰਟ ਬਹਿ ਕੇ ਅਸੀਂ ਆਖੀਏ ਜੀ ਸਾਡਾ ਤਾਂ ਮਨ ਹੀ ਨਹੀਂ ਜੁੜਦਾ, ਮਨ ਇਕਾਗਰ ਨਹੀਂ ਹੁੰਦਾ, ਉਹ 10 ਮਿੰਟਾਂ ਵਿੱਚ ਕਿੱਥੇ ਮਨ ਇਕਾਗਰ ਹੋ ਜਾਣਾ। ਐਸੇ ਐਸੇ ਜਗਿਆਸੂ ਗੁਰਸਿੱਖ ਮਿਲਦੇ ਹਨ ਜਿਹੜੇ ਕਹਿੰਦੇ ਅਖੰਡ ਪਾਠ ਦੀ ਰੋਲ ਤੇ ਬੈਠੀਏ ਨਾ ਤੇ 2 ਘੰਟੇ ਜਦੋਂ ਪਾਠ ਕਰੀਦਾ ਹੈ, ਪਹਿਲੇ 2 ਘੰਟੇ ਤਾਂ ਮਨ ਟਿਕਦਾ ਹੀ ਨਹੀਂ ਹੈ। ਜਿਹੜੇ ਸਾਧਕ ਨੇ ਨਾ ਬਾਣੀ ਦੇ ਅਭਿਆਸੀ, ਉਹ ਇਹ ਕਹਿੰਦੇ ਨੇ ਕਿ 2 ਘੰਟੇ ਪਹਿਲਾਂ ਅਖੰਡ ਪਾਠ ਦੀ ਡਿਊਟੀ ਤੇ ਬੈਠੀਏ ਤੇ 2 ਘੰਟੇ ਤਾਂ ਪਾਸੇ ਵੱਟਦੇ ਹੀ ਨਿਕਲਦੇ ਨੇ ਸਰੀਰ ਨੂੰ ਸੈੱਟ ਹੁੰਦਿਆਂ। ਕਹਿੰਦੇ 2 ਘੰਟਿਆਂ ਬਾਅਦ ਜਾ ਕੇ ਫਿਰ ਮਨ ਥੋੜਾ ਥੋੜਾ ਟਿਕਣਾ ਸ਼ੁਰੂ ਹੁੰਦਾ ਹੈ। ਅਸੀਂ ਕਹਿੰਦੇ ਆ ਵੀ 2 ਘੰਟੇ ਪਾਠ ਕਰ ਲਿਆ ਤੇ ਸਾਡਾ ਮਨ ਹੀ ਨਹੀਂ ਟਿਕਿਆ। ਟਿਕਣਾ ਜਦੋਂ ਸ਼ੁਰੂ ਹੋਣਾ ਸੀ ਉਸ ਤੋਂ ਪਹਿਲਾਂ ਹੀ ਅਸੀਂ ਉੱਠ ਖਲੋਤੇ।
ਬਹੁਤ ਸਾਰੇ ਐਸੇ ਗੁਰਮੁਖ ਨੇ ਜਿਹੜੇ 4-4 ਘੰਟੇ 5-5 ਘੰਟੇ 6-6 ਤੇ 8-8 ਘੰਟੇ ਬੈਠ ਕੇ ਵੀ ਗੁਰਬਾਣੀ ਪੜ੍ਹਦੇ ਹਨ। ਮਨ ਦੀ ਸਾਧਨਾ ਉਸੇ ਵੇਲੇ ਹੋਣੀ ਹੈ ਜਦੋਂ ਇਸ ਤਨ ਦੀ ਸਾਧਨਾ ਹੋ ਜਾਏ। ਅਸੀਂ ਤਾਂ ਢਾਸਣਾ ਲੱਭਦੇ ਹਾਂ ਵੀ ਕਿਸੇ ਤਰੀਕੇ ਸਾਨੂੰ ਢਾਲ ਮਿਲੇ, ਢਾਸਣਾ ਮਿਲੇ, ਉੱਥੇ ਬਹਿ ਕੇ ਕਿਸੇ ਤਰੀਕੇ ਸੱਜੇ ਖੱਬੇ ਲੱਤਾਂ ਗੋਡੇ ਮਰੋੜ ਕੇ ਸਾਡਾ ਟਾਈਮ ਪਾਸ ਹੋਵੇ। ਤਨ ਸਾਧਿਆ ਨਹੀਂ ਤੇ ਮਨ ਵਾਲੇ ਪਾਸੇ ਕਿਵੇਂ ਟੁਰਾਂਗੇ? ਹੱਠ ਕਰਕੇ ਪਹਿਲਾਂ ਤਨ ਨੂੰ ਵੀ ਸਾਧਣਾ ਪੈਂਦਾ। ਅੰਮ੍ਰਿਤ ਵੇਲੇ ਉੱਠਣ ਨੂੰ ਕਿਹਦਾ ਚਿੱਤ ਕਰਦਾ? ਸਰੀਰ ਦਰਦਾਂ ਮਾਰਦਾ, ਨਹੀਂ ਉੱਠ ਹੁੰਦਾ, ਪਰ ਹੱਠ ਕਰਕੇ ਇਹਨੂੰ ਨਿਰਮਲ ਹੱਠ ਕਹਿੰਦੇ ਹਨ। ਨਿਰਮਲ ਹੱਠ ਕਰਕੇ ਫਿਰ ਉੱਠਣਾ ਇਹ ਤਨ ਦੀ ਸਾਧਨਾ ਹੈ। ਜਿਵੇਂ ਜਿਵੇਂ ਸਾਧਨਾ ਪੱਕ ਜਾਏਗੀ ਫਿਰ ਸੁੱਤੇ ਸਿੱਧੀ ਪ੍ਰਪੱਕ ਹੋ ਜਾਵਾਂਗੇ ਇਸ ਸਾਧਨਾ 'ਚ। ਆਪਣੇ ਆਪ ਹੀ ਬਿਨਾਂ ਕਿਸੇ ਆਲਸ ਤੋਂ ਜਾਗ ਆਉਣੀ ਸ਼ੁਰੂ ਹੋ ਜਾਂਦੀ ਹੈ। ਤੋ ਇਸ ਕਰਕੇ ਭਾਈ ਜਿਹੜਾ ਤਨ ਦੀ ਸਾਧਨਾ ਕਰਦਿਆਂ ਕਰਦਿਆਂ ਮਨ ਨੂੰ ਇਕਾਗਰ ਕਰ ਲਵੇ ਉਹਨੂੰ ਕਹਿੰਦੇ ਨੇ ਸਾਧ। ਜਿਹੜਾ ਤਨ ਨੂੰ ਵੀ ਸਾਧ ਲਵੇ ਤੇ ਮਨ ਨੂੰ ਵੀ ਸਾਧ ਲਏ ਉਹਨੂੰ ਸਾਧ ਕਹਿੰਦੇ ਹਨ। ਖਾਣਾ ਕੀ ਹੈ ਕੀ ਨਹੀਂ ਖਾਣਾ? ਤਮੋਗੁਣੀ ਭੋਜਨ ਨਹੀਂ ਖਾਣਾ ਗੁਰਸਿੱਖ ਨੇ। ਰਜੋਗੁਣੀ ਔਰ ਤਮੋਗੁਣੀ ਭੋਜਨ ਤੇ ਸਤੋਗੁਣੀ ਭੋਜਨ, ਤ੍ਰੈ ਗੁਣਾ ਦੇ ਭੋਜਨ ਨੇ। ਤਮੋਗੁਣੀ ਭੋਜਨ ਹੁੰਦਾ ਜਿਵੇਂ ਬਹੁਤ ਬਾਸੀ ਬਹਿਆ ਭੋਜਨ ਹੋਣਾ ਔਰ ਕਈ ਦਿਨਾਂ ਦਾ ਬਾਸੀ ਭੋਜਨ ਛਕਣਾ, ਬਹੁਤ ਜ਼ਿਆਦਾ ਮਸਾਲੇ ਪਾ ਕੇ ਚਰਪਰੇ ਪਦਾਰਥ ਛਕਣੇ, ਤਮੋਗੁਣੀ ਭੋਜਨ ਹੈ। ਮਾਸ ਆਦਿਕ ਜਿਹੜਾ ਹੈ ਜਾਂ ਤਲੇ ਆਦਿਕ ਪਦਾਰਥ ਜਿਹੜੇ ਤਲ ਕੇ ਛਕਣ ਵਾਲੇ ਹੈ ਉਹ ਰਜੋਗੁਣੀ ਭੋਜਨ ਹੈ। ਸਤੋਗੁਣੀ ਸਾਤਵਿਕ ਭੋਜਨ ਹੈ ਸਾਦਾ, ਜਿਹਦੇ ਵਿੱਚ ਬਿਲਕੁਲ ਸੰਜਮ ਦਾ ਲੂਣ ਮਿਰਚ ਹੈ। ਖੂਬ ਖਾਨਾ ਖੀਚੜੀ ਜਿਹੜਾ ਇਹ ਭੋਜਨ ਹੈ ਸਾਤਵਿਕ ਭੋਜਨ ਹੈ, ਸਾਦਾ ਭੋਜਨ, ਉਹਨੂੰ ਸਤੋਗੁਣੀ ਭੋਜਨ ਕਹਿੰਦੇ ਹੈ। ਜਦੋਂ ਸੰਜਮ ਰੱਖਦੇ ਆ ਸਾਤਵਿਕ ਭੋਜਨ ਦੀ ਬਿਰਤੀ ਰੱਖਦਾ, ਪਹਿਨਦਾ ਵੀ ਸਾਤਵਿਕ ਹੈ। ਸਾਤਵਿਕ ਪਹਿਨਣ ਦਾ ਮਤਲਬ ਹੁੰਦਾ ਸਾਦਾ ਤੇ ਸਰਲ ਵਸਤਰ ਸਰੀਰ ਤੇ ਧਾਰਨ ਕਰਨਾ। ਤੋ ਸਾਤਵਿਕ ਹੀ ਬੋਲਣਾ, ਯਾਨੀ ਕਿ ਚੰਗੇ ਚੰਗੇ ਬੋਲ ਆਪਣੀ ਰਸਨਾ ਤੋਂ ਬੋਲਣੇ, ਇਹ ਸਰੀਰ ਦੀ ਸਾਧਨਾ ਹੈ, ਤਨ ਦੀ ਸਾਧਨਾ ਹੈ। ਨੌ ਦੁਆਰੇ ਸਾਧ ਸਾਧ ਕਹਾਇਆ। ਜਿਹੜਾ ਆਪਣੇ ਸਰੀਰ ਦੇ 9 ਦੁਆਰਾਂ ਨੂੰ ਸਾਧ ਲਵੇ ਉਹਨੂੰ ਸਾਧ ਕਹਿੰਦੇ ਹਨ। ਤੋ ਇਸ ਪ੍ਰਕਾਰ ਨਾਲ ਜਿਹੜਾ ਇਹੋ ਜਿਹਾ ਸਾਧੂ ਹੈ, ਜਿਹੜਾ ਸਾਧਨਾ ਕਰਨ ਵਾਲਾ ਹੈ, ਉਹਨਾਂ ਦੇ ਸਮਾਗਮ ਵਿੱਚ ਉਹਨਾਂ ਨਾਲ ਮਿਲ ਕੇ, ਮਿਲ ਸਾਧ ਸਮਾਗੈ, ਸਮਾਗੈ ਦਾ ਮਤਲਬ ਹੁੰਦਾ ਸਮਾਗਮ। ਉਹਨਾਂ ਸਾਧੂਆਂ ਦੇ ਸਮਾਗਮ ਵਿੱਚ ਉਹਨਾਂ ਦੀ ਸੰਗਤ ਕਰਕੇ, ਮਨ ਕਰਕੇ ਔਰ ਤਨ ਕਰਕੇ ਪਰਮੇਸ਼ਰ ਨੂੰ ਅਰਾਧੀਏ। ਮਨ ਤਨ ਪ੍ਰਭ ਅਰਾਧੀਏ, ਮਨ ਕਰਕੇ ਵੀ ਅਰਾਧੀਏ ਤੇ ਤਨ ਕਰਕੇ ਵੀ ਉਸ ਪਰਮੇਸ਼ਰ ਦੀ ਆਰਾਧਨਾ ਕਰੀਏ। ਦੋਨੇ ਪ੍ਰਕਾਰ ਦੀ ਆਰਾਧਨਾ ਦਾ ਜ਼ਿਕਰ ਹੈ। ਤਨ ਕਰਕੇ ਵੀ ਆਰਾਧਨਾ ਹੈ, ਰਸਨਾ ਦੁਆਰਾ ਵਾਹਿਗੁਰੂ 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 ਜਪਣਾ, ਇਹ ਤਨ ਕਰਕੇ ਆਰਾਧਨਾ ਹੈ। ਜਦੋਂ ਰਸਨਾ ਬੰਦ ਹੋ ਜਾਏ, ਸੁਰਤੀ ਕਰਕੇ ਮਨ ਕਰਕੇ ਵਾਹਿਗੁਰੂ 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 ਜਪਣਾ, ਇਹ ਮਨ ਕਰਕੇ ਆਰਾਧਨਾ ਹੈ। ਕਹਿੰਦੇ ਸਾਧੂ ਜਨਾਂ ਦੇ ਸਮਾਗਮ ਵਿੱਚ, ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਮਨ ਕਰਕੇ ਔਰ ਤਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰੀਏ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਭਾਗੈ। ਉਸ ਗੋਪਾਲ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਜਸ ਕਰਕੇ, ਅਕਾਲ ਪੁਰਖ ਦੇ ਗੁਣ ਗਾ ਕੇ, ਉਹਦੇ ਗੁਣ ਗਾਉਣੇ ਔਰ ਉਹਦਾ ਜਸ ਕਰਨਾ। ਜਦੋਂ ਗੁਣ ਗਾਉਣੇ ਆ ਉਦੋਂ ਜਸ ਵੀ ਕਰਨਾ। ਵਾਹ हे ਪ੍ਰਭੂ ਤੇਰੇ ਐਸੇ ਸੁੰਦਰ ਗੁਣ ਨੇ। ਗੁਣ ਕਹਿਣੇ ਤੇ ਫਿਰ ਗੁਣਾਂ ਦੇ ਨਾਲ ਕਹਿਣਾ ਵਾਹ। ਜਿਹੜਾ ਵਾਹ ਕਹਿਣਾ ਇਹ ਹੈ ਜਸ, ਇਹ ਹੈ ਸੋਭਾ। ਅਕਾਲ ਪੁਰਖ ਦੇ ਜਿਹੜੇ ਜਿਹੜੇ ਗੁਣ ਕਹੋਗੇ ਉਹ ਗੁਣ ਤੁਹਾਡੇ ਚ ਆਉਣਗੇ, ਇਹਦੇ ਚ ਕੋਈ ਦੋ ਰਾਏ ਨਹੀਂ। ਜਿਹੜਾ ਜਿਹੜਾ ਗੁਣ ਪਰਮੇਸ਼ਰ ਦਾ ਕਹੋਗੇ
ਉਹ ਗੁਣ ਤੁਹਾਡੇ ਹਿਰਦੇ 'ਚ ਪ੍ਰਵੇਸ਼ ਕਰੇਗਾ, ਤੁਹਾਡੇ ਹਿਰਦੇ ਰੂਪੀ ਘਰ ਵਿੱਚ ਉਤਰੇਗਾ ਅਵਸ਼, ਜਿਹੜਾ ਵੀ ਗੁਣ ਕਹੋਗੇ। ਤੋ ਪਰਮੇਸ਼ਰ ਦੇ ਗੁਣ ਗਾਉਣੇ ਹੈ, ਉਹਦਾ ਜਸ ਕਰਨਾ, ਉਹਦਾ ਜਸ ਕਰਕੇ ਔਰ ਉਹਦੇ ਗੁਣ ਗਾ ਕੇ ਦੂਰ ਤੇ ਜਮ ਭਾਗੈ। ਜਿਹੜੇ ਜਮ ਨੇ ਨਾ, ਇਹ ਦੂਰੋਂ ਹੀ ਭੱਜ ਜਾਣਗੇ ਵੇਖ ਕੇ ਪ੍ਰਤਾਪ, ਜਮ ਨੇੜੇ ਨਹੀਂ ਆਉਣਗੇ। ਉਹਨਾਂ ਦੇ ਨੇੜੇ ਜਮ ਫਰਕਦੇ ਹੀ ਨਹੀਂ। ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੀਸ ਧੜ ਤੋਂ ਵੱਖਰਾ ਹੁੰਦਾ। ਕਿੱਥੇ ਆਏ ਨੇ ਜਮ ਨੇੜੇ? ਪਾਰ ਬ੍ਰਹਮ ਪਰਮੇਸ਼ਰ ਦਾ ਜਸ ਕਰਨ ਵਾਲਿਆਂ ਦੇ ਨੇੜੇ ਜਮ ਨਹੀਂ ਫਰਕਦੇ। ਉਹਨਾਂ ਦਾ ਪ੍ਰਤਾਪ ਇੰਨਾ ਹੁੰਦਾ ਹੈ ਕਿ ਜਮ ਸੜ ਜਾਂਦੇ ਆ ਵੇਖ ਕੇ, ਨੇੜੇ ਹੀ ਨਹੀਂ ਆਉਂਦੇ। ਤੋ ਅਕਾਲ ਪੁਰਖ ਪਰਮੇਸ਼ਰ ਦਾ ਜਸ ਗਾ ਕੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ ਕੇ ਜਮ ਦੂਰੋਂ ਭੱਜ ਜਾਂਦੇ ਹਨ। ਰਾਮ ਨਾਮ ਜੋ ਜਨ ਜਪੈ, ਅਨ ਦਿਨ ਸਦ ਜਾਗੈ। ਜਿਹੜੇ ਰਾਮ ਦੇ ਨਾਮ ਨੂੰ ਰਾਤ ਦਿਨ ਜਪਦੇ ਐ, ਰਾਮ ਨਾਮ ਜੋ ਜਨ ਜਪੈ, ਜਿਹੜੇ ਜਿਹੜੇ ਜਨ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਜਪਦੇ। ਜਿਹੜਾ ਜੋ ਜਨ ਸ਼ਬਦ ਵਰਤਿਆ ਨਾ, ਜੋ ਜਨ, ਇਹਦਾ ਮਤਲਬ ਹੈ ਜਿਹੜਾ ਵੀ ਹੋਵੇ। ਜੋ ਦੇ ਵਿੱਚ ਸਾਰੇ ਆ ਜਾਂਦੇ ਐ। ਇਕੱਲੇ ਸਿੱਖਾਂ ਨੂੰ ਨਹੀਂ ਕਿਹਾ ਵੀ ਸਿੱਖ ਜਪਣਗੇ ਤੇ ਉਹੀ ਜਾਗਦੇ ਐ। ਪਾਤਸ਼ਾਹ ਕਹਿੰਦੇ ਜਿਹੜਾ ਜਿਹੜਾ ਵੀ ਜਪੇਗਾ, ਚਾਹੇ ਮੁਸਲਮਾਨ ਜਪੇ, ਚਾਹੇ ਹਿੰਦੂ ਜਪੇ, ਚਾਹੇ ਜੈਨੀ ਜਪੇ ਤੇ ਚਾਹੇ ਬੋਧੀ ਜਪੇ, ਚਾਹੇ ਸੰਨਿਆਸੀ, ਚਾਹੇ ਸਰੇਵੜਾ, ਚਾਹੇ ਜੰਗਮ ਤੇ ਚਾਹੇ ਜੋਗੀ, ਜਿਹੜਾ ਵੀ ਜਪੇਗਾ, ਪਾਤਸ਼ਾਹ ਕਹਿੰਦੇ ਆਨ ਦਿਨ ਸਦ ਜਾਗੈ। ਉਹ ਰਾਤ ਦਿਨ ਸਦਾ ਹੀ ਜਾਗਦੇ ਐ, ਸਦਾ ਹੀ ਜਾਗਦੇ। ਤੁਸੀਂ ਆਖੋਗੇ ਵੀ ਉਹ ਕਦੇ ਸੌਂਦੇ ਨਹੀਂ। ਸਰੀਰ ਸੌਂਦਾ ਵੀ ਹੈ, ਸਰੀਰ ਜਾਗਦਾ ਵੀ ਹੈ। ਸਰੀਰ ਦਾ ਸਵਣਾ ਤੇ ਸਰੀਰ ਦਾ ਜਾਗਣਾ ਇੱਕ ਸਰੀਰਕ ਪ੍ਰਕਿਰਿਆ ਹੈ, ਉਹ ਤਾਂ ਹੋਣੀ ਹੋਣੀ ਹੈ। ਪਰ ਸਰੀਰ ਦੇ ਸੁੱਤੇ ਪਿਆ ਵੀ ਸੁਰਤ ਕਰਕੇ ਜਾਗਦੇ ਰਹਿਣਾ, ਇਹਨੂੰ ਕਹਿੰਦੇ ਆ ਜਾਗਣਾ। ਜਾਗਿਆ ਹੋਇਆ ਕੌਣ ਹੈ? ਜਿਹੜਾ ਆਪਣਾ ਹਰ ਇੱਕ ਪੈਰ ਸੋਚ ਸਮਝ ਕੇ ਧਰੇ ਕਿ ਮੇਰਾ ਇਹ ਪੁੱਟਿਆ ਹੋਇਆ ਕਦਮ ਕਿਤੇ ਮੈਨੂੰ ਕਿਤੇ ਗਲਤ ਦਿਸ਼ਾ ਵਿੱਚ ਤਾਂ ਨਹੀਂ ਲੈ ਕੇ ਚੱਲਿਆ। ਜਿਹੜਾ ਸੋਚ ਵਿਚਾਰ ਕੇ ਆਪਣੇ ਕਦਮ ਨੂੰ ਪੁੱਟੇ, ਉਹਨੂੰ ਕਹਿੰਦੇ ਆ ਜਾਗਿਆ ਹੋਇਆ। ਕਿਸੇ ਵੀ ਤਰ੍ਹਾਂ ਦਾ ਕਰਮ ਕਰੇ, ਉਹਦੇ ਤੋਂ ਪਹਿਲਾਂ ਉਹਦੀ ਵਿਚਾਰ ਕਰ ਲਵੇ ਵੀ ਇਹਦਾ ਫਲ ਕੀ ਮਿਲਣਾ। ਜਿਹੜਾ ਉੱਤਮ ਤੇ ਜਾਗਿਆ ਹੋਇਆ ਮਨੁੱਖ ਹੈ, ਉਹਦੀ ਇਹ ਨਿਸ਼ਾਨੀ ਹੈ ਕਿ ਜਦੋਂ ਵੀ ਉਹ ਕੋਈ ਕੰਮ ਕਰਦਾ, ਉਹਦੇ ਕੰਮ ਦੇ ਆਰੰਭਣ ਤੋਂ ਪਹਿਲਾਂ ਉਹਦੇ ਫਲ ਦੀ ਵਿਚਾਰ ਕਰਦਾ ਵੀ ਇਹਦਾ ਫਲ ਕੀ ਮਿਲੇਗਾ। ਕਿਤੇ ਮੈਨੂੰ ਇਹ ਕਰਮ ਕੀਤਾ ਮਾੜੇ ਪਾਸੇ ਤਾਂ ਨਹੀਂ ਧੱਕ ਕੇ ਲੈ ਚੱਲਿਆ। ਤੋ ਉਹਨੂੰ ਕਹਿੰਦੇ ਜਾਗਿਆ ਹੋਇਆ। ਧੰਨ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਨੇ ਫਰਮਾਇਆ, ਮਨ ਜਾਗੈ ਕੀ ਇਹ ਨਿਸ਼ਾਨੀ, ਪ੍ਰਿਆ ਲਾਗੈ ਸਤਿਗੁਰ ਕੀ ਬਾਨੀ। ਜਾਗਿਆ ਹੋਇਆ ਮਨਾਂ ਦੀ ਇਹ ਨਿਸ਼ਾਨੀ ਹੈ ਕਿ ਜਿਨ੍ਹਾਂ ਦੇ ਮਨ ਜਾਗੇ ਹੋਏ ਨੇ, ਉਹਨਾਂ ਨੂੰ ਸਤਿਗੁਰਾਂ ਦੀ ਬਾਣੀ ਪਿਆਰੀ ਲੱਗਦੀ ਹੈ, ਗੁਰੂ ਕੀ ਬਾਣੀ ਮਿੱਠੀ ਲੱਗਦੀ ਹੈ। ਜਿਨ੍ਹਾਂ ਨੂੰ ਗੁਰੂ ਕੀ ਬਾਣੀ ਪਿਆਰੀ ਲੱਗਣ ਲੱਗ ਪਵੇ, ਸਮਝ ਲਓ ਕਿ ਉਹਨਾਂ ਦੇ ਮਨ ਜਾਗੇ ਹੋਏ ਨੇ। ਤੋ ਰਾਮ ਨਾਮ ਜਿਹੜੇ ਜਨ ਜਪਦੇ ਨੇ, ਉਹ ਰਾਤ ਦਿਨ ਸਦਾ ਅੱਠੇ ਪਹਿਰ ਜਾਗਦੇ ਹਨ। ਤੰਤ ਮੰਤ ਨਹਿ ਜੋ ਹਈ, ਤਿਤ ਚਾਖ ਨਾ ਲਾਗੈ। ਕਹਿੰਦੇ ਭਾਈ ਜਿਹੜੇ ਨਾਮ ਜਪਦੇ ਐ, ਉਹਨਾਂ ਨੂੰ ਦੁਨੀਆ ਦਾ ਕੋਈ ਤੰਤਰ ਮੰਤਰ ਨਹੀਂ ਜੋਂਦਾ। ਆ ਬੜੇ ਬੜੇ ਤੰਤਰ ਮੰਤਰ ਚਲਾਉਣ ਵਾਲੇ ਸੰਸਾਰ 'ਚ ਦਾਵਾ ਕਰਦੇ ਐ, ਅਸੀਂ ਆਹ ਤੰਤਰ ਚਲਾਵਾਂਗੇ, ਆਹ ਮੰਤਰ ਪੜਾਂਗੇ ਤੇ ਤੁਹਾਡਾ ਆਹ ਕੰਮ ਸਿੱਧ ਹੋ ਜਾਏਗਾ। ਇਹ ਸਭ ਪਖੰਡੀ ਨੇ, ਇਹ ਸਭ ਦੰਭੀ ਨੇ।
ਦੁਨੀਆ ਵਿੱਚ ਗੁਰੂ ਖਾਲਸਾ ਜੀ ਕੋਈ ਤੰਤਰ ਮੰਤਰ ਨਹੀਂ ਚੱਲਦਾ। ਹਾਂ, ਨਾਮ ਵਿਹੂਣੇ ਬੰਦੇ ਹੋਣ, ਉਹਨਾਂ ਤੇ ਚੱਲਦੇ ਵੀ ਹੋਣਗੇ ਤੰਤਰ ਮੰਤਰ। ਕਿਸੇ ਦਾ ਕੰਮ ਕਹਿੰਦੇ ਬੰਨ ਦਿੱਤਾ ਜੀ ਫਲਾਣੇ ਨੇ ਤੰਤਰ ਪੜ੍ਹ ਕੇ, ਮੰਤਰ ਪੜ੍ਹ ਕੇ। ਕਿਸੇ ਫਲਾਣੇ ਦਾ ਕੰਮ ਵਿਗਾੜ ਦਿੱਤਾ ਤੰਤਰ ਮੰਤਰ ਨਾਲ। ਕਿਸੇ ਦੀ ਦੁਕਾਨ ਦਾ ਕੰਮ ਬੰਨ ਲਿਆ ਜੀ ਤੰਤਰ ਮੰਤਰ ਨਾਲ। ਬੜੇ ਲੋਕ ਵਹਿਮਾਂ ਭਰਮਾਂ 'ਚ ਪਏ ਰਹਿੰਦੇ ਐ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਐ, ਜਿਹੜੇ ਨਾਮ ਜਪਦੇ ਨੇ, ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਉਹਨਾਂ ਤੇ ਦੁਨੀਆ ਦਾ ਕੋਈ ਵੀ ਤੰਤਰ ਤੇ ਮੰਤਰ ਨਹੀਂ ਚੱਲਦਾ। ਕੋਈ ਤੰਤਰ ਮੰਤਰ ਉਹਨਾਂ ਤੇ ਨਹੀਂ ਚੱਲਦਾ। ਮੂਲ ਮੰਤਰ ਦਾ ਜਾਪ ਕਰਨ ਵਾਲਿਆਂ ਤੇ ਦੁਨੀਆ ਦਾ ਕੋਈ ਤੰਤਰ ਮੰਤਰ ਚੱਲ ਹੀ ਨਹੀਂ ਸਕਦਾ। ਦੁਨੀਆ ਦੇ ਜਿਤਨੇ ਮੰਤਰ ਨੇ ਉਹਨਾਂ ਦਾ ਮੂਲ ਮੰਤਰ ਹੈ। ਤੇ ਜਿੱਥੇ ਮੂਲ ਮੰਤਰ ਦਾ ਜਾਪ ਹੋਵੇ ਉੱਥੇ ਕਿਸੇ ਤਾਂਤਰਿਕ ਦਾ ਕੋਈ ਤੰਤਰ ਮੰਤਰ ਨਹੀਂ ਵਿਆਪਦਾ। ਤੰਤ ਮੰਤ ਨਾ ਜੋ ਹਈ, ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਤੰਤਰ ਮੰਤਰ ਨਹੀਂ ਜੁੰਦਾ। ਤਿਤ ਚਾਖ ਨਾ ਲੱਗੈ, ਉਹਨਾਂ ਨੂੰ ਫਿਰ ਕਿਸੇ ਵੀ ਪ੍ਰਕਾਰ ਦੀ ਬੁਰੀ ਨਜ਼ਰ ਵੀ ਨਹੀਂ ਲੱਗਦੀ। ਕਿਸੇ ਦੀ ਚਾਖ ਕਹਿੰਦੇ ਆ ਬੁਰੀ ਨਜ਼ਰ ਨੂੰ। ਕਹਿੰਦੇ ਜੀ ਫਲਾਣੇ ਦੀ ਨਜ਼ਰ ਲੱਗ ਗਈ, ਅਬਕੇ ਦੀ ਨਜ਼ਰ ਲੱਗ ਗਈ, ਫਲਾਣੇ ਦੀ ਨਜ਼ਰ ਇੰਨੀ ਬੁਰੀ ਆ ਪੱਥਰਾਂ ਨੂੰ ਪਾੜ ਕੇ ਰੱਖਦੇ। ਮਹਾਰਾਜ ਜੀ ਕਹਿੰਦੇ ਨਾਮ ਜਪਣ ਵਾਲਿਆਂ ਨੂੰ ਕਿਸੇ ਦੀ ਬੁਰੀ ਨਜ਼ਰ ਨਹੀਂ ਲੱਗਦੀ। ਤਿਤ ਚਾਖ ਨਾ ਲੱਗੇ, ਉਹਨੂੰ ਕਿਸੇ ਵੀ ਪ੍ਰਕਾਰ ਦੀ ਬੁਰੀ ਨਜ਼ਰ ਜਿਹੜੀ ਆ ਉਹ ਨਹੀਂ ਵਿਆਪਦੀ। ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ। ਨਾਮ ਜਪਣ ਵਾਲੇ ਗੁਰਮੁਖ ਖਾਲਸਾ ਜੀ, ਉਹਨਾਂ ਨੂੰ ਨਾ ਕਾਮ ਵਿਆਪਦਾ, ਨਾ ਕ੍ਰੋਧ ਵਿਆਪਦਾ, ਨਾ ਹੰਕਾਰ, ਨਾ ਮਾਣ। ਬਿਨਸੇ, ਇਹ ਸਾਰੇ ਹੀ ਉਹਨਾਂ ਦੇ ਅੰਦਰੋਂ ਬਿਨਸ ਗਏ। ਪੁੱਛਿਆ ਜੀ ਕਿਵੇਂ ਬਿਨਸੇ? ਕਹਿੰਦੇ ਅਨੁਰਾਗੈ, ਜਦੋਂ ਉਹਨਾਂ ਅੰਦਰ ਪਰਮੇਸ਼ਰ ਦਾ ਅਨੁਰਾਗ ਪੈਦਾ ਹੋਇਆ। ਅਨੁਰਾਗ ਕਹਿੰਦੇ ਆ ਪ੍ਰੇਮ ਨੂੰ। ਜਿਨ੍ਹਾਂ ਅੰਦਰ ਪਰਮੇਸ਼ਰ ਦਾ ਪ੍ਰੇਮ ਪੈਦਾ ਹੋਇਆ, ਉਹਨਾਂ ਅੰਦਰੋਂ ਇਹ ਸਾਰੇ ਹੀ ਵਿਕਾਰ ਖਤਮ ਹੋ ਗਏ। ਕਾਮ ਕ੍ਰੋਧ ਮਦ ਮਾਨ ਮੋਹ, ਇਹ ਸਾਰੇ ਹੀ ਬਿਨਸ ਗਏ ਉਹਨਾਂ ਅੰਦਰੋਂ, ਜਿਨ੍ਹਾਂ ਅੰਦਰ ਅਕਾਲ ਪੁਰਖ ਪਰਮੇਸ਼ਰ ਦਾ ਪ੍ਰੇਮ ਜਾਗਿਆ। ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਮਗਨ ਰਸ ਰਾਮ ਰੰਗ, ਰਾਮ ਦੇ ਰੰਗ ਦੇ ਵਿੱਚ ਆਨੰਦ 'ਚ ਰਹਿੰਦੇ ਆ, ਮਗਨ ਰਹਿੰਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਆ, ਮੈਂ ਉਸ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨਾਗੈ ਸ਼ਰਨ ਵਿੱਚ ਹਾਂ। ਜਾਂ ਇਉਂ ਕਹਿ ਲੋ, ਮੈਂ ਸਾਧੂਆਂ ਦੀ ਸ਼ਰਨ ਵਿੱਚ ਹਾਂ, ਨਾਮ ਜਪਣ ਵਾਲੇ ਗੁਰਮੁਖਾਂ ਦੀ ਸ਼ਰਨ ਵਿੱਚ ਹਾਂ, ਜਿਹੜੇ ਆਨੰਦ 'ਚ ਰਹਿੰਦੇ ਹਨ, ਜਿਹੜੇ ਪਰਮੇਸ਼ਰ ਦੇ ਰਾਮ ਰੰਗ ਦੇ ਵਿੱਚ ਮਸਤ ਰਹਿੰਦੇ ਹਨ। ਮੈਂ ਉਹਨਾਂ ਦੀ ਸ਼ਰਨ ਵਿੱਚ ਹਾਂ, ਮੈਂ ਉਹਨਾਂ ਦੀ ਪਨਾਹ ਵਿੱਚ ਹਾਂ। ਇਹ ਅੱਜ ਦਾ ਪਾਵਨ ਸ੍ਰੀ ਮੁਖ ਵਾਕ ਹੈ।